ਸਤਿ ਸ਼੍ਰੀ ਅਕਾਲ ਮਿੱਤਰੋ, ਮੈਂ ਸਾਹਿਲ ਅਰੋੜਾ। ਜਿਵੇਂ ਕਿ ਤੁਸੀਂ ਜਾਣਦੇ ਹੋ, ਗੰਗਾਨਗਰ ਜ਼ਿਲ੍ਹੇ ਦੇ ਵਿੱਚ ਗੰਗਾ ਨਹਿਰ ਪਰਿਯੋਜਨਾ ਦੇ ਚੁਣਾਵ ਚਰਮ 'ਤੇ ਨੇ। ਰੋਜ਼ ਹੀ ਚੁਣਾਵ ਹੋ ਰਹੇ ਨੇ, ਉਹਨਾਂ ਦੇ ਨਤੀਜੇ ਵੀ ਆ ਰਹੇ ਨੇ। ਇਸੇ ਕੜੀ 'ਚ ਅੱਜ ਅਸੀਂ ਪਹੁੰਚੇ ਹਾਂ ਜਲ ਉਪਯੋਗਤਾ ਸੰਗਮ 2PS ਤੋਂ ਅਧਿਅਕਸ਼ ਪਦ ਦੇ ਪ੍ਰਤਿਆਸ਼ੀ ਹਰਵਿੰਦਰ ਸਿੰਘ ਗਿੱਲ ਜੀ ਕੋਲ, ਜੋ ਕਿ ਇਸ ਸੰਗਮ ਚੁਣਾਵ ਤੋਂ ਅਧਿਅਕਸ਼ੀ ਵਾਸਤੇ ਉਤਰੇ ਨੇ। ਅੱਜ ਉਹਨਾਂ ਤੋਂ ਜਾਣਾਂਗੇ ਵੀ ਕੀ ਉਹਨਾਂ ਦਾ ਰਾਜਨੀਤਿਕ ਕੈਰੀਅਰ ਹੈ, ਕੀ ਉਹਨਾਂ ਦਾ ਰਾਜਨੀਤਿਕ ਮੁੱਦਾ ਜਾਂ ਉਦੇਸ਼ ਹੈ ਜਿਸ ਬੇਸ 'ਤੇ ਉਹ ਚੁਣਾਵ 'ਚ ਉਤਰੇ ਆ, ਕਿਹੜੇ ਕਿਹੜੇ ਉਹਨਾਂ ਦੇ ਸੰਗਮ 'ਚ ਚੱਕ ਆਉਂਦੇ ਆ ਅਤੇ ਕੀ ਉਹਨਾਂ ਦਾ ਏਜੰਡਾ ਹੈ। ਸਭ ਤੋਂ ਪਹਿਲਾਂ ਤਾਂ ਗਿੱਲ ਸਾਹਿਬ ਤੁਹਾਡਾ ਸਵਾਗਤ ਹੈ ਜੀ। ਬਹੁਤ ਬਹੁਤ ਧੰਨਵਾਦ ਜੀ। ਗਿੱਲ ਸਾਹਿਬ, ਸਭ ਤੋਂ ਪਹਿਲਾਂ ਤਾਂ ਮੈਨੂੰ ਤੁਸੀਂ ਇਹ ਦੱਸੋ ਵੀ ਤੁਹਾਡਾ ਰਾਜਨੀਤਿਕ ਕੈਰੀਅਰ ਕੀ ਹੈ। ਸਰ, ਰਾਜਨੀਤਿਕ ਨਾ ਮੇਰਾ ਦੂਰ ਦੂਰ ਤੱਕ ਕੋਈ ਲਾਖਾ ਦੇਕਾ ਨਹੀਂ ਹੈ। ਹਾਂਜੀ। ਨਾ ਮੈਂ ਅੱਜ ਤੱਕ ਕੋਈ ਚੁਣਾਵ ਹੀ ਲੜਿਆ ਹੈ। ਅੱਛਾ ਤੇ ਜੀ। ਨਾ ਹੀ ਮੇਰੇ ਫਾਦਰ ਸਾਹਿਬ ਦਾ ਕੋਈ ਉਹ ਖੇਤੀ ਕਰਦੇ ਸੀ। ਅੱਛਾ। ਬਿਲਕੁਲ ਕਿਸਾਨੀ ਅੱਜ ਤੱਕ ਉਹਨਾਂ ਨੇ ਕੀਤੀ ਹੈ। ਮੇਰੇ ਗ੍ਰੈਂਡਫਾਦਰ ਸੀ, ਉਹਨਾਂ ਨੇ ਵੀ ਖੇਤੀ ਨਾਲ ਹੀ ਉਹਨਾਂ ਨਾਲ ਸੰਬੰਧਿਤ ਸੀ। ਰਾਜਨੀਤੀ ਨਾਲ ਮੇਰੇ ਕੋਈ ਵੀ ਨੇੜੇ ਤੇੜੇ ਦਾ ਇਲਾਕਾ ਕੋਈ ਨਹੀਂ ਹੈ। ਅੱਛਾ ਅੱਛਾ। ਬਿਲਕੁਲ ਨਹੀਂ। ਆਪਾਂ ਤੇ ਕਿਸਾਨਾਂ ਦੀ ਸੇਵਾ ਕੀਤੀ ਸੀ, ਕਿਸਾਨੀ ਦੀ ਸੇਵਾ ਕੀਤੀ ਹੈ। ਅੱਛਾ ਅੱਛਾ। ਸਟਾਰਟਿੰਗ ਤੋਂ ਜੋ ਜੁੜੇ ਹੈ 2016 ਦੇ ਵਿੱਚ ਅਸੀਂ ਆਪਣੇ ਰਲ ਕੇ ਸਾਰਿਆਂ ਨੇ ਜੀਕੇਐਸ ਸੰਗਠਨ ਤੋਂ, ਤੁਸੀਂ ਜਾਣਦੇ ਹੋ ਚੰਗੀ ਤਰ੍ਹਾਂ। ਹਾਂ, ਗੰਗਾਨਗਰ ਕਿਸਾਨ ਸੰਗਠਨ, ਜੋ ਕਿ ਪਹਿਲਾਂ ਗੰਗਨਹਿਰ ਕਿਸਾਨ ਸਮਿਤੀ ਬਣੀ, ਫਿਰ ਹਾਂ। ਗੰਗਾਨਗਰ ਕਿਸਾਨ ਸਮਿਤੀ ਬਣੀ। ਅੱਜ ਕੱਲ ਤੁਸੀਂ ਉਹਨੂੰ ਗ੍ਰਾਮੀਣ ਕਿਸਾਨ ਮਜ਼ਦੂਰ ਸਮਿਤੀ ਦੇ ਨਾਮ ਤੋਂ ਜਾਣਦੇ ਹਾਂ ਹਾਂ, ਨਾਮ ਚੇਂਜ ਹੋ ਗਿਆ। ਜਿਹੜਾ ਗੰਗਨਹਿਰ ਦਾ ਪਾਣੀ ਪੀਂਦਾ ਹੈ, ਕੋਈ ਵੀ ਕਿਸਾਨ ਇਹੋ ਜਿਹਾ ਨਹੀਂ ਜਿਹਨੂੰ ਜੀਕੇਐਸ ਬਾਰੇ ਨਹੀਂ ਹਾਂ ਜੀ, ਜੀਕੇਐਸ ਹੈ ਤਾਂ ਗੰਗਾਨਗਰ ਹੈ। ਬਿਲਕੁਲ ਇੱਕ ਕਿਸਾਨਾਂ ਦਾ ਸੁਪਨਾ ਸੀ ਜੋ ਅਸੀਂ ਲੈ ਕੇ ਚੱਲੇ ਸੀ ਵੀ ਇੱਕ ਕੋਈ ਕਿਸਾਨਾਂ ਦਾ ਸੰਗਠਨ ਹੋਵੇ ਜੋ ਕਿਸਾਨਾਂ ਦੀ ਲੜਾਈ ਲੜੇ। ਤੇ ਬਿਲਕੁਲ ਉਸ ਚੀਜ਼ ਨੂੰ ਅਸੀਂ ਲੈ ਕੇ ਚੱਲੇ ਤਾਂ ਅੱਜ ਬਹੁਤ ਹੀ ਜ਼ਿਆਦਾ ਕਿਸਾਨ ਸੰਗਠਿਤ ਕਰਕੇ ਤੋਂ ਲੜਾਈ ਨੂੰ ਲੜ ਰਹੇ ਹਾਂ। ਹਾਂਜੀ। ਤੇ ਇਸ ਤੋਂ ਇਲਾਵਾ ਹੁਣ ਤੁਸੀਂ ਮੈਨੂੰ ਇਹ ਦੱਸੋ ਵੀ ਤੁਸੀਂ ਹੋਰ ਵੀ ਕਦੇ ਕੋਈ ਕਿਸਾਨ ਐਕਟੀਵਿਟੀ 'ਚ ਕੋਈ ਰਹੇ ਹੋ? ਤੁਸੀਂ ਹੁਣ ਜੋ ਜੀਕੇਐਸ ਦੇ ਤੁਸੀਂ ਐਕਟਿਵ ਹੋਏ ਤੇ ਇਹਦੇ ਵਿੱਚ ਤੁਸੀਂ ਕੀ ਤੁਸੀਂ ਕਰਦੇ ਰਹੇ ਹੋ? ਤੁਸੀਂ ਇਹਦਾ ਬਾਰੇ ਥੋੜ੍ਹਾ ਚਾਨਣ ਪਾਓ। ਦੇਖੋ ਜੀ, ਜੀਕੇਐਸ ਨੇ ਪਾਣੀ ਦੇ ਕਰੀਬ ਗੰਗਾ ਸਿੰਘ ਚੌਂਕ ਤੇ 18 ਤੋਂ 20 ਅੰਦੋਲਨ ਲੜੇ ਹੈ। ਹਾਂਜੀ ਹਾਂਜੀ। ਤਾਂ ਹਰ ਅੰਦੋਲਨ ਦੇ ਵਿੱਚ ਆਪਾਂ ਸਕਰੀय ਭੂਮਿਕਾ ਨਿਭਾਈ ਹੈ। ਉਸ ਤੋਂ ਬਾਅਦ ਪਿੱਛੇ ਜੋ ਦਿੱਲੀ ਦੇ ਵਿੱਚ 1 ਸਾਲ ਤੱਕ ਤਿੰਨਾਂ ਕਾਲੇ ਕਾਨੂੰਨਾਂ ਵਾਸਤੇ 380 ਦਿਨ ਜੋ ਕਿਸਾਨ ਦਿੱਲੀ ਦੇ ਬਾਰਡਰਾਂ ਤੇ ਰਹੇ। ਪਹਿਲੇ ਦਿਨ ਤੋਂ ਹੀ ਜਿੱਦਣ ਅਸੀਂ ਇੱਥੋਂ ਡਾਬਾਲੀ ਤੋਂ ਰਵਾਨਗੀ ਲਈ ਸੀ, ਪਹਿਲੇ ਦਿਨ ਤੋਂ ਹੀ ਉਸ ਅੰਦੋਲਨ ਨਾਲ ਜੁੜੇ ਸੀ, ਸਾਰਿਆਂ ਨਾਲ ਜੁੜੇ। ਉਸ ਤੋਂ ਬਾਅਦ ਟਿਕਰੀ ਬਾਰਡਰ ਤੇ ਗਏ ਤੇ ਜਿੱਦਣ ਸ਼ਾਹਜਹਾਂਪੁਰ ਮੋਰਚਾ ਲਾਇਆ ਗਿਆ, ਹਾਂਜੀ ਹਾਂਜੀ, ਉਸ ਮੋਰਚੇ ਦੇ ਵਿੱਚ ਵੀ ਉਹ ਲਾਉਣ ਦੇ ਵਿੱਚ ਪਹਿਲੇ ਦਿਨ ਤੋਂ ਜਦੋਂ ਸਾਨੂੰ ਸੰਯੁਕਤ ਮੋਰਚੇ ਨੇ ਆਦੇਸ਼ ਕੀਤਾ ਆਪਣੇ ਸਿੰਘੂ ਬਾਰਡਰ ਤੋਂ, ਉਹਦੇ ਵਿੱਚ ਮੈਂ, ਰਣਜੀਤ ਸਿੰਘ ਰਾਜੂ, ਦੋਵਾਂ ਭਰਾਵਾਂ ਨੇ ਸਾਰਾ ਅਸੀਂ ਕਿਸਾਨਾਂ ਨੂੰ ਉੱਥੋਂ ਜੱਥਾ ਲੈ ਕੇ ਤਾਂ ਅਸੀਂ ਸ਼ਾਹਜਹਾਂਪੁਰ ਮੋਰਚੇ 'ਤੇ ਪਹੁੰਚੇ ਸੀ। ਉਹ ਠੰਡ ਦੀ ਰਾਤ ਮੈਨੂੰ ਅੱਜ ਵੀ ਚੇਤੇ ਆ, ਜਿੱਦਾਂ ਅਸੀਂ ਸਾਰੀ ਰਾਤ ਪਹੁੰਚ ਕੇ ਸਵੇਰੇ ਜਾ ਕੇ ਅਸੀਂ ਸ਼ਾਹਜਹਾਂਪੁਰ ਬਾਰਡਰ 'ਤੇ ਜਾ ਕੇ ਮੋਰਚਾ ਲਾਇਆ। ਉਸ ਤੋਂ ਬਾਅਦ 3 ਜਨਵਰੀ ਨੂੰ ਅਸੀਂ ਜਦੋਂ ਸ਼ਾਹਜਹਾਂਪੁਰ ਮੋਰਚਾ ਤੋੜ ਕੇ ਅੱਗੇ ਵਧੇ ਤੇ ਦਾਰੂਹੇੜਾ ਬਾਰਡਰ ਦੇ ਉੱਤੇ ਜਦੋਂ ਪੂਰੇ ਕਿਸਾਨ ਅੰਦੋਲਨ ਦੇ ਵਿੱਚ ਸਭ ਤੋਂ ਜ਼ਿਆਦਾ ਆਂਸੂ ਗੈਸ ਦੇ ਗੋਲੇ ਉੱਥੇ ਚਲਾਏ ਗਏ ਸੀ। ਹਾਂਜੀ ਹਾਂਜੀ। ਤੇ ਉਸ ਅੰਦੋਲਨ ਦੇ ਉੱਥੇ ਉਸ ਜਗ੍ਹਾ ਤੇ ਜਿੱਥੇ ਆਂਸੂ ਗੈਸ ਦੇ ਗੋਲੇ ਚੱਲ ਰਹੇ ਸੀ, ਮੈਂ ਤਕਰੀਬਨ 60 ਤੋਂ ਲੈ ਕੇ 70 ਦੇ ਕਰੀਬ ਬੰਬ ਡਿਫਿਊਜ਼ ਕੀਤੇ ਸੀਗੇ ਜੀ ਆਂਸੂ ਗੈਸ ਦੇ। ਕਾਬਲੀ ਤਾਰੀਫ ਹੈ। ਮਤਲਬ ਕਿ ਤੁਸੀਂ ਸ਼ੁਰੂ ਤੋਂ ਹੀ ਕਿਸਾਨਾਂ ਨਾਲ ਹੋ, ਕਿਸਾਨਾਂ ਨਾਲ ਹੈਗੇ ਹੋ ਤੇ ਕਿਸਾਨਾਂ ਨਾਲ ਹੀ ਰਹੋਗੇ। ਬਿਲਕੁਲ। ਤੇ ਹੁਣ ਜਿਹੜਾ ਤੁਹਾਡਾ ਜਲ ਉਪਯੋਗਤਾ ਸੰਗਮ 2PS ਹੈ, ਇਹਦੇ 'ਚ ਚੱਕ ਕਿਹੜੇ ਕਿਹੜੇ ਆਉਂਦੇ ਆ? ਇਹ 'ਚ ਜੀ 1PS 2PS 3PS, ਹਾਂਜੀ, ਇਸ ਤੋਂ ਇਲਾਵਾ 13PS 14PSA 14PSB 6 ਚੱਕ ਹੈ ਜੀ। 6 ਚੱਕ ਹੈ। ਤੇ ਇਹਨਾਂ ਚੱਕਾਂ ਦੀ ਮੇਨ ਸਮੱਸਿਆ ਕੀ ਹੈ? ਹੁਣ ਤੁਸੀਂ ਅਧਿਅਕਸ਼ੀ 'ਚ ਆਏ ਹੋ ਤੇ ਕੋਈ ਤਾਂ ਤੁਸੀਂ ਸੋਚਿਆ ਹੋਣਾ ਵੀ ਆਹ ਸਮੱਸਿਆ ਹੈ ਇਹਦੇ 'ਚ। ਦੇਖੋ ਜੀ, ਗੰਗਨਹਿਰ ਦੇ ਜਿਹੜਾ ਵੀ ਜਿੰਨੇ ਵੀ ਚੱਕ ਹੈ 1250 ਦੇ ਕਰੀਬ ਚੱਕ ਹੈ, ਹਰ ਇੱਕ ਚੱਕ ਦਾ ਕਿਸਾਨ ਦੀ ਜੋ ਮੇਰੀ ਸੋਚ ਕਹਿੰਦੀ ਹੈ ਵੀ ਸਭ ਤੋਂ ਸਮੱਸਿਆ ਵੱਡੀ ਪਾਣੀ ਦੀ ਹੈ। ਹਾਂਜੀ। ਜੋ ਗੰਗਨਹਿਰ ਦਾ ਪਾਣੀ ਆਉਂਦਾ ਹੈ ਉਹ ਸਭ ਨੂੰ ਸਮਾਨ ਰੂਪ 'ਚ ਮਿਲੇ। ਹਾਂਜੀ। ਤੇ ਸਭ ਨੂੰ ਪਾਣੀ ਦੀ ਜਾਣਕਾਰੀ ਮਿਲੇ। ਤੁਹਾਨੂੰ ਮੈਂ ਦੱਸਦਾ ਕਿ ਰੈਗੂਲੇਸ਼ਨ ਚਾਰਟ ਮੈਂ ਪਿਛਲੇ ਬਹੁਤ ਲੰਬੇ ਸਮੇਂ ਤੋਂ ਬਣਾ ਰਿਹਾ, ਹਾਂ, ਜੋ ਕਿ ਵਿਭਾਗ ਰੈਗੂਲੇਸ਼ਨ ਚਾਰਟ ਜਾਰੀ ਕਰਦਾ ਹੈ। ਉਸ ਤੋਂ ਬਾਅਦ ਮੈਂ ਵੀ ਹਰ ਰੋਜ਼ ਰੈਗੂਲੇਸ਼ਨ ਚਾਰਟ ਦੇ ਵਿੱਚ ਉਹਦੇ ਵਿੱਚ ਅਪਡੇਟਸ ਪਾ ਕੇ ਹਰ ਇੱਕ ਨਹਿਰ ਦੀ ਜਾਣਕਾਰੀ ਕਿਸਾਨ ਨੂੰ ਮੇਰੀ ਇਹ ਚਲੋ ਮੇਰਾ ਸੁਪਨਾ ਸਮਝ ਲਓ, ਸੁਪਨਾ ਸੀ ਵੀ ਕਿਸਾਨ ਨੂੰ ਵੀ ਰਾਤ ਨੂੰ ਉੱਠ ਕੇ ਜਾ ਕੇ ਨਹਿਰ ਨਾ ਦੇਖਣੀ ਪਵੇ, ਉਹਨੂੰ ਆਪਦੇ ਘਰੇ ਰਜਾਈ ਦੇ ਵਿੱਚ ਬੈਠਿਆ ਹੀ ਨਹਿਰ ਦਾ ਪਤਾ ਚੱਲੇ ਵੀ ਮੇਰੀ ਨਹਿਰ ਇੰਨੇ ਵਜੇ ਖੁੱਲੇਗੀ। ਤੇ ਵਾਹਿਗੁਰੂ ਦੀ ਕਿਰਪਾ ਹੈ, ਇੰਨੀ ਜ਼ਿਆਦਾ ਜਾਣਕਾਰੀ ਕਿਸਾਨਾਂ ਤੱਕ ਪਹੁੰਚਾਈ ਜਾਂਦੀ ਹੈ ਕਿ ਕਿਸਾਨ ਜੇ ਖਾਦ ਵੀ ਪਾਉਣੀ ਹੋਵੇ ਪਹਿਲਾਂ ਉਹਨੂੰ ਕੌਨਫੀਡੈਂਸ ਹੁੰਦਾ ਵੀ ਜਿਵੇਂ ਰੈਗੂਲੇਸ਼ਨ ਚਾਰਟ 'ਚ ਇਹਨਾਂ ਨੇ ਨਹਿਰ ਪਾਤੀ ਹੈ, ਖੁੱਲੇਗੀ ਤਾਂ ਫਿਰ ਖੁੱਲੇਗੀ, ਆਏਗੀ। ਤਾਂ ਉਸ ਚੀਜ਼ ਨੂੰ ਲੈ ਕੇ ਅਸੀਂ ਚੱਲੇ ਸੀ। ਰੈਗੂਲੇਸ਼ਨ ਚਾਰਟ ਬਣਾਉਂਦੇ ਹਜੇ ਵੀ ਤੁਸੀਂ ਵੇਖੋਗੇ ਆਪਣਾ ਰੈਗੂਲੇਸ਼ਨ ਚਾਰਟ ਕਿਸਾਨਾਂ ਨੂੰ ਅਪਡੇਟ ਦਿੱਤੇ ਜਾਂਦੀ ਹੈ। ਤੇ ਮੇਰਾ ਇਹ ਸੁਪਨਾ ਹੈ ਜੇ ਮੈਂ ਅੱਗੇ ਗਿਆ ਇਸ ਸਿਸਟਮ ਦੇ ਵਿੱਚ ਵੜ ਸਕਿਆ ਤੇ ਕਿਸਾਨਾਂ ਨੂੰ ਆਨਲਾਈਨ
ਸਿਸਟਮ ਕਰ ਦਿੱਤਾ ਜਾਵੇ ਕਿ ਨਹਿਰ ਖੁੱਲ੍ਹੇਗੀ, ਨਾਲ ਦੀ ਨਾਲ ਕਿਸਾਨਾਂ ਨੂੰ ਐਪ ਦੇ ਵਿੱਚ ਜਾਣਕਾਰੀ ਮਿਲ ਜੇਗੀ ਕਿ ਹਾਂ ਜੀ ਹਰ ਇੱਕ ਜੋ ਸੀਸੀਟੀਵੀ ਕੈਮਰੇ ਲੱਗੇ ਆ ਅੱਜ ਵਿਭਾਗ ਨੇ ਲਾ ਰੱਖੇ ਆ, ਪਰ ਕਿਸਾਨਾਂ ਨੂੰ ਉਸ ਅਪਰੋਚ ਹੈ ਨਹੀਂ, ਕਿਸਾਨ ਕੋਈ ਉਸ ਸੀਸੀਟੀਵੀ ਕੈਮਰੇ ਨਹੀਂ ਦੇਖ ਹੀ ਨਹੀਂ ਸਕਦਾ, ਜੋ ਐਪ ਦੀ ਕੋ ਹੈ ਨਹੀਂ। ਤੇ ਮੇਰਾ ਇਹ ਸੁਪਨਾ ਹੈ ਕਿ ਹਰ ਕਿਸਾਨ ਦੇ ਫੋਨ ਦੇ ਵਿੱਚ ਐਪ ਤੋਂ ਉਹਨੂੰ ਪਤਾ ਲੱਗੇ ਵੀ ਮੇਰੇ ਨਹਿਰ ਖੁੱਲ ਗਈ ਜਾਂ ਬੰਦ ਹੋ ਗਈ, ਉਹਨੂੰ ਨਾਲ ਦੀ ਨਾਲ ਹੀ ਪਤਾ ਲੱਗੇ, ਉਹਨੂੰ ਜਾ ਕੇ ਦੇਖਣੀ ਨਾ ਪਵੇ। ਅੱਛਾ ਜੀ। ਤੇ ਹੁਣ ਤੁਸੀਂ ਮੈਨੂੰ ਐਂ ਦੱਸੋ ਵੀ ਜੇ ਤੁਸੀਂ ਮਤਲਬ ਅਧਿਅਕਸ਼ ਬਣੇ ਤਾਂ ਇੱਕ ਤਾਂ ਤੁਸੀਂ ਇਹ ਦੱਸ ਦਿੱਤਾ ਵੀ ਤੁਸੀਂ ਆਹ ਕਰੋਗੇ, ਹੋਰ ਕੋਈ ਮੇਨ ਮੁੱਦਾ ਜਿਹੜਾ ਤੁਸੀਂ ਚੱਕਣ ਦਾ ਪ੍ਰਯਾਸ ਕਰੋਗੇ? ਪਾਣੀ ਦਾ ਹੀ ਸਭ ਤੋਂ ਮੇਨ ਮੁੱਦਾ ਜੀ, ਪਾਣੀ ਹੀ ਆਪਣੇ ਕਿਸਾਨਾਂ ਨੂੰ, ਜੇ ਪਾਣੀ ਸਮਾਨ ਵਿਤਰਨ ਹੁੰਦਾ ਹੈ, ਜੋ ਨਹਿਰਾਂ ਦਾ ਬੰਦਰਬਾਂਟ ਹੁੰਦੀ ਪਾਣੀ ਦੀ ਰੈਗੂਲੇਸ਼ਨ ਬਹੁਤ ਕਾਫੀ ਜੋ ਰੈਗੂਲੇਸ਼ਨ ਦੇ ਵਿੱਚ ਕਿਸੇ ਵਾਰਾਂ ਦੇ ਉੱਤੇ ਬਹੁਤ ਸਾਰੇ ਵਾਰ ਹੈ ਜੀ, ਹਰ ਇੱਕ ਨਹਿਰ ਤੇ ਪਾਰਟੀਕੂਲਰ ਵਾਰ ਜਿਹੜੇ ਆ ਉਹ ਪਿੱਟਦੇ ਆ, ਪਾਰਟੀਕੂਲਰ ਵਾਰ ਹੈ ਜਿਹੜੇ ਕਿ ਉਹ ਲਾਏ ਜਾਂਦੇ। ਸੋ ਸਮਾਨ ਵਿਤਰਨ ਹੋਣਾ ਚਾਹੀਦਾ, ਸਭ ਨੂੰ ਬਰੋਬਰ ਇਕੁਅਲ ਪਾਣੀ ਮਿਲੇ, ਤੇ ਕਿਸੇ ਨੂੰ ਵੀ ਇੱਕ ਹੋਵੇ ਨਾ ਕੰਪਲੇਂਟ ਵੀ ਹਾਂ ਜੀ ਉਹਦੀ ਡਬਲ ਲੱਗ ਗਈ ਮੇਰੇ ਨਾਲ ਲੱਗੀ, ਸਭ ਨੂੰ ਜਿਹੜੀ ਖੁੱਲ੍ਹਣ ਦਾ ਟਾਈਮਿੰਗ ਆ ਉਹ ਵੀ ਹਰ ਇੱਕ ਵਾਰ ਤੇ ਇਕੁਅਲ ਆਵੇ। ਦੇਖੋ ਜੀ ਇਹ ਤਾਂ ਚਲੋ ਤੁਸੀਂ ਕਹਿਤਾ, ਤੇ ਹੁਣ ਜਿਵੇਂ 0 ਤੋਂ ਲੈ ਕੇ 45 ਆਰਡੀ ਤਾਈਂ ਕਾਫੀ ਗੰਦਗੀ ਹੈ, ਤੁਹਾਨੂੰ ਪਤਾ ਸਿਲਟ ਦੇ ਵੱਡੇ ਵੱਡੇ ਢੇਰ ਹੈ, ਤੇ ਉਸ ਬਾਰੇ ਵੀ ਕੋਈ ਤੁਹਾਡਾ ਪ੍ਰਯਾਸ ਰਹੂਗਾ ਜੇ ਤੁਸੀਂ ਮਤਲਬ ਹੋਏ ਤਾਂ? ਦੇਖੋ ਹੈ ਤਾਂ ਵੈਸੇ ਉਹ ਮਾਈਨਰ ਪੂਰੇ ਗੰਗਾ ਨਹਿਰ ਅਧਿਅਕਸ਼ ਲੈਵਲ ਦਾ ਕੰਮ ਹੈ, ਪਰ ਫਿਰ ਵੀ ਸ਼ੁਰੂਆਤ ਤਾਂ ਇੱਕ ਛੋਟੀ ਚਿੰਗਾਰੀ ਤਾਂ ਤੁਹਾਨੂੰ ਪਤਾ ਜਗਾਉਣੀ ਪਊਗੀ, ਤਾਂ ਹੀ ਜਾ ਕੇ ਅੱਗੇ ਵਧੂਗੀ। ਇਹਦੇ 'ਚ ਵੀ ਕੋਈ ਦੋ ਸ਼ਬਦ? ਦੇਖੋ ਜੀ ਅਸੀਂ 10 ਨੁਕਤੇ ਜਾਰੀ ਕੀਤੇ ਹਾਂਜੀ ਸਾਰੇ ਚੁਣਾਵ ਵਾਸਤੇ, ਸਭ ਨੂੰ ਪਾਇਆ। ਇਹਦੇ ਵਿੱਚ ਸਾਡੀ ਪ੍ਰਾਇੋਰਟੀ ਰਹੇਗੀ ਕਿ ਜਿਵੇਂ 0 ਤੋਂ 45 ਆਰਡੀ ਦੀ ਸਫਾਈ, ਜੇ 0 ਤੋਂ 45 ਆਰਡੀ ਦੀ ਸਫਾਈ ਹੁੰਦੀ ਹੈ ਨਾ, ਅਸੀਂ ਪਿਛਲੇ ਕਾਫੀ ਟਾਈਮ ਤੋਂ ਇਸ ਲਈ ਪ੍ਰਯਾਸਰਤ ਹੈ। ਲਾਸਟ ਟਾਈਮ 2016 ਦੇ ਵਿੱਚ ਇਹ ਹੋਈ ਸੀ, ਜੇਸੀਬੀਆਂ ਲੱਗੀਆਂ ਸੀ, ਉਸ ਤੋਂ ਪਹਿਲਾਂ ਉਦੋਂ ਬਾਅਦ 'ਚ ਫਿਰ ਦੁਬਾਰਾ ਫਿਰ ਜੇਸੀਬੀਆਂ ਇੱਕ ਵਾਰੀ ਗਈਆਂ ਸੀ, ਤੇ ਪੰਜਾਬ ਦੇ ਵਿੱਚ ਉਦੋਂ ਵੀ ਵਿਧਾਨ ਸਭਾ ਵਾਲਾ ਚੁਣਾਵ ਸੀ, ਉਹ ਰਾਜਨੀਤਿਕ ਮੁੱਦਾ ਬਣ ਗਿਆ, ਤਾਂ ਸਫਾਈ ਅੱਜ ਤੱਕ ਨਹੀਂ ਹੋ ਸਕੀ। ਤੇ ਉਹ ਸਫਾਈ ਕਰਾਉਣਾ, ਫਿਰ ਜਿੰਨੀ ਫਿਰੋਜ਼ਪੁਰ ਫੀਡਰ ਹੈ ਉਹ ਜਰਜਰ ਹਾਲਾਤ ਹੈ, ਬਹੁਤ ਵਾਰੀ ਜਾ ਕੇ ਦਿਖਾਈ ਹੈ ਅਸੀਂ ਵੀ ਥਾਂ ਥਾਂ ਤੋਂ ਜਰਜਰ ਹੋਈ ਪਈ ਹੈ। ਤੇ ਤੁਹਾਨੂੰ ਜਾਣ ਕੇ ਹੈਰਾਨੀ ਹੋਏਗੀ, ਮੈਂ ਪੌਂਗ ਡੈਮ ਤੋਂ ਲੈ ਕੇ ਹਰੀਕੇ ਹੈਡ ਸਾਰੀ ਆਪਣੀ ਗੰਗ ਨਹਿਰ ਬਿਲਕੁਲ ਪਤਾ ਹੀ ਨਹੀਂ ਕਿੰਨੀ ਰੀ ਜਾ ਚੁੱਕਿਆ ਜੀ, ਸਾਰੀ ਦਾ ਹੀ ਸਰਵੇ ਕੀਤਾ ਜੀ। ਤੇ ਫਿਰ ਜਾ ਕੇ ਜਦੋਂ ਆਪਣੀ ਬੀਕਾਨੇਰ ਕਨਾਲ ਦੇ ਵਿੱਚ ਵੀ, ਇਹਦੇ ਵਿੱਚ ਵੀ ਜੋ ਅਵੈਧ ਪਾਈਪਾਂ ਲੱਗੀਆਂ, ਪਾਣੀ ਦੀ ਚੋਰੀ ਹੁੰਦੀ ਹੈ, ਉਹਨੂੰ ਰੋਕਣਾ ਤਾਂ ਕਿ ਜਿਹੜਾ ਲੌਸਸ ਹੈ ਉਹ ਲੌਸਸ ਘੱਟ ਸਕੇ। PRV ਵਾਲਵ ਹੈ, ਜੋ ਪ੍ਰੈਸ਼ਰ ਰਿਲੀਜ਼ ਵਾਲਵ ਲੱਗੇ ਹੈ, ਉਹ ਬੰਦ ਕਰਵਾਏ ਜਾ ਸਕਣ ਬੰਦੀ ਦੇ ਵਿੱਚ ਵੀ। ਇਸ ਬੰਦੀ ਦੇ ਵਿੱਚ ਵੀ ਅਸੀਂ ਕੋਸ਼ਿਸ਼ ਕਰਾਂਗੇ ਜਿੰਨੀਆਂ ਅਵੈਧ ਪਾਈਪਾਂ ਆ ਉਹ ਪਲਾਨ ਬਣ ਰਿਹਾ ਸਾਰੀਆਂ ਉਹ ਪੱਟੀਆਂ ਜਾਣ। ਫਿਰ ਉਸ ਤੋਂ ਬਾਅਦ PRV ਵਾਲ ਬੰਦ ਕੀਤੇ ਜਾਵੇ। ਇੱਕ ਸਰਕਾਰ ਨੂੰ ਅਸੀਂ ਕਾਫੀ ਟਾਈਮ ਤੋਂ ਮੰਗ ਕਰ ਰਹੇ ਹਾਂ, ਲਿੰਕ ਚੈਨਲ ਆਪਣਾ 86 ਕਿਲੋਮੀਟਰ ਦਾ ਤਕਰੀਬਨ ਲਿੰਕ ਚੈਨਲ ਹੈ, ਜਿਹੜਾ ਕਿ ਲੋਹਗੜ੍ਹ ਹੈਡ ਤੋਂ ਲੈ ਕੇ ਇੱਥੇ ਪਿਆ ਹੈ, ਉਹ ਯੂਜ਼ ਕੀਤਾ ਜਾ ਸਕਦਾ ਕਾਹਦੇ ਵਾਸਤੇ? ਪੌਂਡ ਬਣਾਉਣ ਵਾਸਤੇ। ਜੇ ਉਹ ਪੌਂਡ ਬਣ ਜਾਂਦਾ ਹੈ ਤਾਂ ਆਪਣੇ ਜਦੋਂ ਵੀ ਜਿਵੇਂ ਮੰਨ ਲਓ ਵੀ ਕਿਸੇ ਨਹਿਰ ਨੂੰ ਬੈਲੈਂਸ ਪਾਣੀ ਚੱਲਦਾ ਹੈ, ਉਹ ਬੈਲੈਂਸ ਨਾ ਚੱਲ ਕੇ ਉਹ ਪੌਂਡ ਦੇ ਵਿੱਚ ਸਟੋਰ ਕੀਤਾ ਜਾਵੇ। ਜਦੋਂ ਵੀ ਕੋਈ ਨਹਿਰ ਨੂੰ ਪਾਣੀ ਬੈਲੈਂਸ ਦੇਣ ਦੀ ਬਜਾਏ ਉਹ ਹਰ ਇੱਕ ਨਹਿਰ ਫੁੱਲ ਚੱਲੇ, ਤਾਂ ਉਹ ਪਾਣੀ ਦਾ ਸਹੀ ਯੂਜ਼ ਹੋ ਸਕੇ। ਇਹ ਸਾਡਾ ਪ੍ਰਯਾਸ ਹੈ। ਉਸ ਤੋਂ ਬਾਅਦ 10 ਨੁਕਤਿਆਂ ਦੇ ਵਿੱਚ ਜਿਵੇਂ ਸਰੋਂ ਦੀ ਖਰੀਦ ਅੱਗੇ ਆ ਰਹੀ ਹੈ, ਸਰੋਂ ਦੀ ਖਰੀਦ ਦੀ ਸਮੱਸਿਆ ਹੋਣੀ ਹੈ, ਛੋਲਿਆਂ ਦੀ ਖਰੀਦ ਦੀ ਸਮੱਸਿਆ ਹੋਣੀ ਹੈ, ਉਹ ਲੜਾਈਆਂ ਵੀ ਅਸੀਂ ਬਿਲਕੁਲ ਉਹਦੇ ਵਿੱਚ ਪਾਈਆਂ ਵੀ ਹਰ ਇੱਕ ਅੰਦੋਲਨ ਦੇ ਵਿੱਚ ਅੱਗੇ ਵੱਧ ਚੜ ਕੇ ਅਸੀਂ ਹਿੱਸਾ ਲਵਾਂਗੇ। ਕਿਸਾਨਾਂ ਦੀ ਜਿਹੜੀ ਮੇਨ ਸਮੱਸਿਆ ਨਾ, ਕਿਸਾਨਾਂ ਨੂੰ ਭਾਵੇਂ ਕੁਰਕੀ ਦੀ ਸਮੱਸਿਆ ਹੋਊਗੀ, ਜਿਹੜੀ ਹੁਣ ਬਿਨਾਂ ਗੱਲ ਤੋਂ ਸਰਕਾਰ ਕਿਸਾਨਾਂ ਦੀ ਕੁਰਕੀ ਕਰ ਰਹੀ ਹੈ, ਉਹ ਰੁਕਵਾਈ ਹੈ ਪਿੱਛੇ ਤੁਸੀਂ ਦੇਖਿਆ। ਹਾਂਜੀ। ਤੇ ਬਾਕੀ ਸਰੋਂ, ਛੋਲੇ, ਮੂੰਗੀ, ਇਹ MSP ਜਿਹੜਾ ਹੈ ਨਾ, MSP ਤੇ ਕਿਸਾਨ ਨੂੰ ਮਿਲਣਾ ਚਾਹੀਦਾ ਹੈ, ਉਹ ਕਿਸਾਨ ਦਾ ਹੱਕ ਬਣਦਾ ਹੈ। ਠੀਕ ਹੈ, ਉਹਦੇ ਵਾਸਤੇ ਲੜਾਈ ਲੜਾਂਗੇ। ਇਹ ਤਾਂ ਦੇਖੋ ਜੀ ਕੋਈ ਵਿਰਲਾ ਵਾਂਝਾ ਹੀ ਹੁੰਦਾ ਜਿਹੜਾ ਇਹੋ ਜਿਹੀ ਸੋਚ ਰੱਖਦਾ ਹੈ। ਕਾਬਿਲੇ ਤਾਰੀਫ ਹੈ ਜਿਹੜੇ ਤੁਸੀਂ ਇਹੋ ਜਿਹੀ ਸੋਚ ਰੱਖੀ ਹੋਈ ਹੈ। ਤੇ ਹੁਣ ਤੁਸੀਂ ਇਹ ਜਿਹੜੇ ਜਲ ਉਪਯੋਗ ਦਾ ਸੰਗਮ 2 PS ਹੈ, ਇਹਦੇ ਵੋਟਰਾਂ ਤੋਂ ਅਪੀਲ ਕੀ ਕਰਨਾ ਚਾਹੋਗੇ? ਮੈਂ ਸਾਰੇ ਵੋਟਰਾਂ ਤੋਂ ਇਹ ਅਪੀਲ ਕਰਾਂਗਾ ਕਿ ਪਿਛਲੇ 6 ਤੋਂ 7 ਸਾਲਾਂ ਤੋਂ ਲੈ ਕੇ ਕਿਸਾਨੀ ਦੀ ਸੇਵਾ ਕਰ ਰਿਹਾ। ਜੇ ਤੁਹਾਨੂੰ ਲੱਗਦਾ ਹੈ ਕਿ ਮੈਂ ਵਾਸਤਵ 'ਚ ਹੀ ਨਿਸਵਾਰਥ ਭਾਵਨਾ ਨਾਲ ਕਿਸਾਨੀ ਦੀ ਸੇਵਾ ਕੀਤੀ ਹੈ, ਤਾਂ ਮੈਨੂੰ ਬਿਲਕੁਲ ਇੱਕ ਵਾਰੀ ਮੌਕਾ ਦਿਓ ਤਾਂ ਕਿ ਮੈਂ ਹੋਰ ਚੰਗੇ ਤਰੀਕੇ ਨਾਲ, ਵਧੀਆ ਨਾਲ, ਹੌਸਲੇ ਨਾਲ ਅੱਗੇ ਸੇਵਾ ਆਪਦੀ ਜਾਰੀ ਰੱਖ ਸਕਾਂ। ਵੈਸੇ ਸੇਵਾ ਭਾਵੇਂ ਮੈਂ ਹਾਰਾਂ ਜਾਂ ਜਿੱਤਾਂ ਡਜ਼ਨਟ ਮੈਟਰ, ਇਹ ਸੇਵਾ ਤਾਂ ਮੈਂ ਜੋ ਹੈਗਾ ਕਰਦਾ, ਇਹ ਕਰਦਾ ਹੀ ਰਹੂੰਗਾ ਜਿੰਨੀ ਹੈਗੀ ਹੈ। ਲੇਕਿਨ ਇੱਕ ਤੁਹਾਡੇ ਕੋਲ ਉਹਦਾ ਹੋ ਜਾਊਗਾ ਉੱਥੇ ਗੱਲ ਰੱਖਣਾ। ਇਹਦਾ ਮੇਨ ਗੱਲ ਹੋਈ ਜਾਂਦਾ ਵੀ ਆਪਾਂ ਸਿਸਟਮ ਦੇ ਵਿੱਚ ਵੜ ਸਕੀਏ। ਅੱਜ ਅਸੀਂ ਜੇ ਰੈਗੂਲੇਸ਼ਨ ਦੇ ਵਿੱਚ ਸਮੱਸਿਆ ਲੈ ਕੇ ਜਾਂਦੇ ਨਾ, ਹੁਣ ਮੰਨ ਲਓ ਵੀ ਪਿੱਛੇ PS ਨਹਿਰ ਪਿੱਟ ਰਹੀ ਸੀ, ਅਸੀਂ ਜਾਂਦੇ ਸੀ, ਉਹ ਅੱਗੇ ਐਪਲੀਕੇਸ਼ਨ ਦੇ ਕੇ ਉਸ ਤੋਂ ਬਾਅਦ ਕਹਿੰਦੇ ਜੀ ਅਸੀਂ ਮੀਟਿੰਗ ਕਰਨੀ, ਪਲੀਜ਼ ਤੁਸੀਂ ਬਾਹਰ ਚਲੋ। ਉਹ ਫਿਰ ਉੱਥੇ ਜਾ ਕੇ ਆਪਣੇ ਉਨੇ ਸਟਰੋਂਗਲੀ ਤਰੀਕੇ ਨਾਲ ਆਪਦੀ ਗੱਲ ਨਹੀਂ ਰੱਖ ਸਕਦੇ। ਸਹੀ ਹੈ। ਉਸ ਤੋਂ ਬਾਅਦ ਅਸੀਂ ਹੈਡ ਤੇ ਧਰਨਾ ਲਾਇਆ, ਜੋ ਵੀਰਵਾਰ ਵਾਲੇ ਵਾਰ ਪਿੱਟੇ ਸੀ ਵੀ ਸ਼ੁੱਕਰਵਾਰ ਵੀਰਵਾਰ PS ਤੇ ਹਜੇ ਵੀ ਇਸ ਸਾਲ ਦੇ ਵਿੱਚ ਸ਼ੇਅਰ ਹੀ ਡਬਲ ਵਾਰੀ ਪਿੱਟੀ ਹੈ, ਸਭ ਤੋਂ ਜ਼ਿਆਦਾ ਪਿੱਟਿਆ।
ਸ਼ੁੱਕਰਵਾਰ ਦੀ ਵੀਰਵਾਰ ਦੀ ਜਿਹੜੀ ਸੀਗੀ ਉਹ ਭਰਵਾਈ ਦਵਾਈ, ਪਰ ਵੀਰਵਾਰ ਦੀ ਹਜੇ ਵੀ ਮੈਂ ਤਾਂ ਮੰਨਦਾ ਵੀ ਹਜੇ ਵੀ ਪੈਂਡਿੰਗ ਹੈ ਉਹਨਾਂ ਦੀ, ਵੀਰਵਾਰ ਦਿਨ ਦੀ ਭਰਪਾਈ ਨਹੀਂ ਮਿਲ ਸਕੀ। ਸੋ ਦੂਜੀਆਂ ਨਹਿਰਾਂ ਵਾਸਤੇ ਵੀ ਜੋ ਹੈ ਵੀ ਸਮਾਨ ਵਿਤਰਨ ਹੋਊਗਾ ਜੀ, ਸਭ ਨੂੰ ਇਕੁਅਲ ਹੋਊਗਾ। ਜੇ ਜਾਵਾਂਗੇ ਅੱਗੇ ਤਾਂ ਬਿਲਕੁਲ ਸਮਾਨ ਵਿਤਰਨ ਕਰਾਵਾਂਗੇ, ਸਾਰੀਆਂ ਨਹਿਰਾਂ ਤੇ ਕਰਾਵਾਂਗੇ। ਠੀਕ ਹੈ ਜੀ। ਮੁਖਰ ਵਕਤਾ ਚੈਨਲ 'ਚ ਟਾਈਮ ਦੇਣ ਵਾਸਤੇ ਥੈਂਕ ਯੂ।